So today we need to do the last part of alkenes, that is polymerization of alkenes. ठीक है रवि? So देखो अपने को जो वर्ड है पॉलीमर, poly stands for many and MER stands for unit. ठीक है? So यानी कि which is made up of many units. ठीक है ना? Polymers. देखो प्लस 2 ਦੇ ਵਿੱਚ ਆਪਾਂ ਨੂੰ polymers ਦਾ ਪੂਰਾ ਚੈਪਟਰ ਆਊਗਾ. ਸੋ ਜਿਹੜਾ ਇਹ ਵਾਲਾ ਪਾਰਟ ਹੈ as far as chemistry is concerned ਤੁਸੀਂ ਇੱਥੇ ਛੱਡ ਸਕਦੇ ਹੋ, ਪਰ ਮੁੱਦਾ ਇਸ ਕਿ ਪਲੱਸ 1 ਦੇ ਐਗਜ਼ਾਮਸ ਚ ਆ ਸਕਦਾ ਹੈ ਕੁਐਸਚਨ, ਹੈ ਨਾ? ਤਾਂ ਆਪਾਂ ਨੂੰ ਕਰਨਾ ਪਊਗਾ. ਮਤਲਬ ਕੈਮਿਸਟਰੀ ਦਾ ਮਤਲਬ ਕੀ ਹੈ ਕਿ ਡਿਟੋ ਐਜ਼ ਇਟ ਇਜ਼, ਬਲਕਿ ਇਨ ਜ਼ਿਆਦਾ ਡਿਟੇਲ ਇਟ ਵਿਲ ਕਮ ਇਨ 10+2. ਤਾਂ ਅਗਰ ਆਪਾਂ ਨੂੰ ਸਬਜੈਕਟ ਨੌਲੇਜ ਦੀ ਗੱਲ ਹੈ ਤਾਂ ਆਪਾਂ ਇਹਨੂੰ ਇੱਥੇ ਛੱਡ ਸਕਦੇ ਹਾਂ. ਠੀਕ ਹੈ ਨਾ? ਐਂਡ ਮੋਰਓਵਰ ਪਲੱਸ 1 ਐਗਜ਼ਾਮ 'ਚ ਵੀ ਆਉਣ ਦੇ ਚਾਂਸਸ ਬਹੁਤ ਘੱਟ ਹੁੰਦੇ ਨੇ, ਕਿਉਂਕਿ ਜਦੋਂ ਚੀਜ਼ ਆਪਾਂ ਨੂੰ ਪਲੱਸ 2 ਦੇ ਵਿੱਚ ਕਵਰ ਹੋਣੀ ਹੋਈ ਹੈ. ਐਂਡ ਅਗਰ ਐਲਕੀਨਸ ਦੇ ਵਿੱਚੋਂ ਕੁਐਸਚਨ ਆਊਗਾ ਤਾਂ ਵਾਂਸ ਅਗੇਨ ਆਈ ਰਿਪੀਟ ਮਾਰਕੋਨਿਕੋਵਸ ਰੂਲ, ਐਂਟੀ ਮਾਰਕੋਨਿਕੋਵਸ ਰੂਲ, ਓਜ਼ੋਨੋਲਿਸਿਸ, ਕੱਲ ਸਿਲਵਰ ਕੈਟਲਿਸਟ ਵਾਲੀ ਰਿਐਕਸ਼ਨ, ਮਤਲਬ ਥੀਸ ਆਰ ਇੰਪੋਰਟੈਂਟ ਵਨਸ. ਤਾਂ ਇਹਦੇ ਵਿੱਚ ਆਲਰੇਡੀ ਕਾਫੀ ਮੈਟਰ ਹੈ ਆਪਣੇ ਕੋਲੇ. ਜਦੋਂ ਆਪਾਂ ਨੇ ਪ੍ਰੈਪਰੇਸ਼ਨਸ ਕੀਤੀਆਂ ਸੀ, ਸੇਡਜ਼ਰਸ ਰੂਲ, ਡੀਹਾਈਡਰੋਹੈਲੋਜੀਨੇਸ਼ਨ, ਬੀਟਾ ਐਲੀਮੀਨੇਸ਼ਨ ਵਗੈਰਾ, ਡੀਹਾਈਡਰੇਸ਼ਨ, ਤਾਂ ਉਹ ਸਾਰਾ ਕੁਝ ਇੰਪੋਰਟੈਂਟ ਹੈ. ਤਾਂ ਇਸ ਲਈ ਪੋਲੀਮਰਸ ਦੇ ਵਿੱਚੋਂ ਕੁਐਸਚਨ ਆਉਣ ਦੇ ਚਾਂਸਸ ਆਰ ਵੈਰੀ ਵੀਕ, ਬਟ ਸਟਿਲ ਜਦੋਂ ਆਪਣੇ ਸਿਲੇਬਸ 'ਚ ਆਪਾਂ ਨੂੰ ਕਰਨਾ ਪਊਗਾ, ਹੈ ਨਾ? ਸੋ ਦੇਖੋ ਉਹਦੇ ਹੈਗਾ, ਇਟਸ ਵੈਰੀ ਈਜ਼ੀ. ਆਪਾਂ ਜ਼ਿਆਦਾ ਡਿਟੇਲ 'ਚ ਨਹੀਂ ਜਾਵਾਂਗੇ. ਤੁਸੀਂ ਯੂਜ਼ਰਸ ਵਗੈਰਾ ਨੋਟਸ 'ਚੋਂ ਪੜ੍ਹ ਸਕਦੇ ਹੋ. ਮੈਂ ਤੁਹਾਨੂੰ ਜਸਟ ਇੱਕ ਵਾਰ ਜਾਂ ਬੁੱਕ ਦੇ ਵਿੱਚੋਂ ਮੈਂ ਤੁਹਾਨੂੰ ਇੱਕ ਵਾਰ ਦੱਸ ਦਿੰਦਾ ਕਿ ਹਾਊ ਡੂ ਵੀ ਰਾਈਟ ਦ ਫਾਰਮੂਲਾਜ਼ ਆਫ ਦ ਪੋਲੀਮਰਸ. ਦੇਖੋ ਉਹਦੇ so this is the formula of ethene, and when we are talking about polymer, so it is made up of many units. ठीक है? तो आप इस जगह लगा देंगे n. n stands for many, जिसमें आप इजीली काउंट नहीं कर सकते. ठीक है? हौली कोई नाम है. ठीक है? सो इथीन एन का मतलब है बहुत ज्यादा. ठीक है? जो आपस जुड़ जाएंगे ਇਹਦਾ मतलब ਕੀ ਹੈ? देखो एडिशन रिएक्शन होगी. देखो ਉਹਦੇ ਦੋ इथीन्स ਦੀ एडिशन ਕਿਵੇਂ ਹੋਊਗੀ? ਇਹਦਾ देखो ਆ ਇੱਕ इथीन है, ਇਹਦੇ ਉੱਪਰ ਮੈਂ ਦੂਸਰੀ इथीन ऐड करनी है. ਕਿਵੇਂ ਹੋਊਗੀ? ਇਹਦਾ H ਇਹਦੇ ਨਾਲ ਲੱਗ ਜਾਊਗਾ, ਕੀ ਬਣ ਜਾਊਗਾ? CH3 ਬੌਂਡ ਹੋ ਜਾਊਗਾ ਖਤਮ. ਜਿਹੜਾ ਆ ਡਬਲ ਬੌਂਡ ਹੈ, ਬਾਕੀ ਦਾ ਕੰਪਾਊਂਡ ਬਣਿਆ ਹੋਇਆ ਇੱਥੇ ਲੱਗ ਗਿਆ. ਹੁਣ ਅਗਲੀ ਇਥੀਨ ਆਊਗੀ, ਉਹਦਾ H ਇੱਥੇ, ਬਾਕੀ ਦਾ ਕੰਪਾਊਂਡ ਇੱਥੇ, ਐਂਡ ਸੋ ਔਨ. ਅੱਗੇ ਦੇ ਅੱਗੇ ਜੁੜੇ ਜਾਣਗੇ. ਤਾਂ ਉਸ ਨੂੰ ਤੁਸੀਂ ਬਾਰ-ਬਾਰ ਸ਼ੋ ਕਰਨ ਦੀ ਬਜਾਏ ਆਪਾਂ ਸਿੰਪਲੀ ਐਂ ਲਿਖ ਦਿੰਦੇ ਹਾਂ. ਦੇਖੋ ਕਿਦਾਂ? ਸੋ n ਮੋਲੀਕਿਊਲਸ ਜੁੜ ਕੇ ਦਿਸ ਇਜ਼ ਇਥੀਨ, ਆਪਣੇ ਕੋਲ ਬਣ ਜਾਊਗਾ CH2. ਜਿੱਥੇ ਡਬਲ ਬੌਂਡ ਹੈ ਉਹਨੂੰ ਸਿੰਗਲ ਕਰ ਦੋ. ਸਿੰਗਲ ਕਰਨ ਦਾ ਮਤਲਬ ਕਿ ਇਹਦੇ ਉੱਪਰ ਐਡੀਸ਼ਨ ਹੋ ਜੂਗੀ. ਇੱਕ ਬੌਂਡ ਇੱਧਰ, ਇੱਕ ਬੌਂਡ ਇੱਧਰ. ਇਹਦਾ ਮਤਲਬ ਕੀ ਹੈ ਕਿ ਆਪਸ ਚ ਕਨੈਕਟ ਹੋਈ ਜਾਣਗੇ ਅੱਗੇ ਦੀ ਅੱਗੇ. ਸਕੁਆਇਰ ਬ੍ਰੈਕਟ ਕਰਕੇ ਨੀਚੇ. ਠੀਕ ਹੈ ਕਿ ਇੱਕ ਸਿੰਗਲ ਯੂਨਿਟ ਬਣ ਗਿਆ ਸਭ ਨੂੰ ਜੁੜ ਕੇ. ਹੁਣ ਦੇਖੋ ਨੇਮ ਕੀ ਹੈ? ਇਥੀਨ ਤੋਂ ਬਣ ਗਿਆ ਆਫ ਕੋਰਸ ਪੋਲੀਥੀਨ. ਆਪਾਂ ਕਾਮਨਲੀ ਸੁਣਦੇ ਆ ਪੋਲੀਥੀਨ ਤਾਂ ਲਿਫਾਫੇ. ਠੀਕ ਹੈ ਨਾ? ਸੋ ਪੋਲੀਥੀਨ ਦੇਖੋ ਅੱਗੇ ਚਲੋ ਪਲੱਸ 2 ਚ ਆਪਾਂ ਪੜਾਂਗੇ ਕਿ ਪੋਲੀਥੀਨ ਅੱਗੇ ਦੋ ਟਾਈਪਸ ਦੀ ਹੁੰਦੀ ਹੈ. ਇੱਕ ਹਾਈ ਡੈਂਸਿਟੀ ਪੋਲੀਥੀਨ, ਇੱਕ ਲੋ ਡੈਂਸਿਟੀ ਪੋਲੀਥੀਨ. ਹਾਈ ਡੈਂਸਿਟੀ ਪੋਲੀਥੀਨ ਕੀ ਬਣਾਉਣ ਦੇ ਕੰਮ ਆਉਂਦੀ ਹੈ? ਮਗਸ, ਬਾਲਟੀਆਂ, ਬਕਟਸ, ਜਿਵੇਂ ਕੋ ਟੱਪਰਵੇਅਰ ਦੇ ਹੁੰਦੇ ਨੇ ਆਪਣੇ ਬਰਤਨ ਵਗੈਰਾ. ਠੀਕ ਹੈ ਨਾ? ਪਲਾਸਟਿਕਸ ਦੇ ਟਿਊਬਸ ਜਿਹੜੀਆਂ ਆਪਣੀਆਂ ਸਿਲੰਡਰ ਨੂੰ ਗੈਸ ਦੇ ਨਾਲ ਕਨੈਕਟ ਕਰਦੀਆਂ. ਸੋ ਆਲ ਦੈਟ ਇਜ਼ ਹਾਈ ਡੈਂਸਿਟੀ ਪੋਲੀਥੀਨ, ਥਿਕ ਪੋਲੀਥੀਨ. ਲੋ ਡੈਂਸਿਟੀ ਪੋਲੀਥੀਨ ਜਿਹੜੇ ਆਪਣੇ ਪੋਲੀਥੀਨ ਬੈਗਸ ਹੁੰਦੇ ਨੇ, ਲਿਫਾਫੇ. ਠੀਕ ਹੈ ਨਾ? ਫਿਰ ਸਕੁਈਜ਼ ਬੋਟਲਸ,
ਜਿਵੇਂ ਕਿ ਉਹ ਪਿਚਕੂ ਸੌਸ ਵਗੈਰਾ ਆਉਂਦੀਆਂ ਨੇ ਹਨਾ, ਮਤਲਬ ਦੱਬ ਕੇ ਸੌਸ ਨਿਕਲਦੀ ਹੈ, ਠੀਕ ਹੈ। ਤਾਂ ਆਲ ਥੀਸ ਆਰ ਲੋ ਡੈਂਸਿਟੀ ਪੋਲੀਥੀਨ। ਤਾਂ ਪੋਲੀਮਰਸ ਦੀਆਂ ਯੂਜ਼ਸ ਜੋ ਤੁਸੀਂ ਧਿਆਨ ਚ ਰੱਖਣੀ ਹੈ, ਮਤਲਬ ਉੱਥੇ ਕੁਐਸਚਨ ਆਉਂਦੇ ਦੇਖੋ +2 ਤਾਂ ਪੱਕਾ ਹੀ ਆਊਗਾ ਕੁਐਸਚਨ, ਕੋਈ ਵੀ ਇੱਕ ਪੋਲੀਮਰ ਦੇਤਾ, ਮਤਲਬ 2-3 ਪੋਲੀਮਰਸ ਆਣਗੇ, ਉਹਨਾਂ ਦੀਆਂ ਯੂਜ਼ਸ ਤੇ ਪ੍ਰੋਪਰਟੀਜ਼ ਪੁੱਛੀਆਂ ਜਾਣਗੀਆਂ ਜਾਂ ਫਾਰਮੇਸ਼ਨ ਦੀਆਂ ਰਿਐਕਸ਼ਨਸ, ਠੀਕ ਹੈ ਨਾ। +1 ਪੁਆਇੰਟ ਆਫ ਵਿਊ ਤੁਹਾਨੂੰ ਸਿਰਫ ਯੂਜ਼ਸ ਆ ਸਕਦੀਆਂ, ਤਾਂ ਜਦੋਂ ਵੀ ਯੂਜ਼ਸ ਆਣਗੀਆਂ ਆਪਾਂ ਨੂੰ ਪੋਲੀਮਰ ਦਿਮਾਗ 'ਚ ਹੋਣਾ ਚਾਹੀਦਾ, ਕਿਉਂਕਿ ਪੋਲੀਮਰਸ ਨੂੰ ਆਪਾਂ ਆਮ ਯੂਜ਼ ਕਰਦੇ ਹਾਂ। ਗੈਟਿੰਗ ਅ ਪੁਆਇੰਟ? ਜਿਵੇਂ ਕਿ ਆ ਸਵਿਚ ਬੋਰਡਸ ਕਿਹੜਾ ਪੋਲੀਮਰ ਹੁੰਦਾ ਹੈ? ਆ ਸਵਿਚ ਬੋਰਡਸ ਕਿਹੜੇ ਪੋਲੀਮਰਸ ਤੋਂ ਬਣੇ ਹੁੰਦੇ ਨੇ? ਆ ਜਿਹੜਾ ਸਵਿਚਸ ਹੁੰਦੀਆਂ ਨੇ ਪੀਵੀਸੀ ਤਰ੍ਹਾਂ ਦੇ ਪਾਈਪਾਂ ਹੁੰਦੀਆਂ ਆਹ, ਤੇ ਪੀਵੀਸੀ ਪਾਈਪਸ ਹੈ। ਬਾਕੀ ਜਿਹੜੇ ਆਰਟੀਫੀਸ਼ੀਅਲ ਫਲੋਰਿੰਗ ਹੁੰਦੀ ਹੈ ਉਹ ਵੀ ਪੀਵੀਸੀ ਪਾਈਪਸ, ਪੀਵੀਸੀ ਫਲੋਰ ਹੁੰਦੇ ਨੇ, ਮੈਟ ਨਹੀਂ ਹੁੰਦੇ, ਇੱਕ ਮੋٹے ਪਰਦੇ ਹੁੰਦੇ ਨੇ ਉਹ ਵੀ ਪੀਵੀਸੀ। ਰੇਨ ਕੋਟਸ ਪੀਵੀਸੀ, ਜਿਹੜੇ ਲੰਬੇ ਰੇਨ ਕੋਟਸ ਆਉਂਦੇ ਆ, ਠੀਕ ਹੈ। ਇਹ ਬੈਕਲਾਈਟ ਹੁੰਦੀ ਹੈ ਰਾਜੇ। ਹੁਣ ਤੁਹਾਨੂੰ ਕੁਐਸਚਨ ਆਉਂਦਾ ਕਿ ਬੈਕਲਾਈਟ ਦੀਆਂ ਪ੍ਰੋਪਰਟੀਆਂ ਦਿਓ, ਤੁਸੀਂ ਕੀ ਲਿਖੋਗੇ? ਰੈਜ਼ਿਸਟੈਂਟ ਟੂਵਰਡਸ ਹੀਟ, resistant towards chemicals, resistant towards electricity। ਕਾਸੇ ਦਾ ਅਸਰ ਨਹੀਂ ਹੁੰਦਾ ਦੇਖੋ ਇਸ ਤੇ। ਚਲੋ ਇਹ ਤਾਂ ਅੰਦਰ ਲੱਗੀ ਹੈ ਵਿਚਾਰੀ, ਜਿਹੜੀ ਬੈਲ ਹੁੰਦੀ ਹੈ ਬਾਹਰ ਗੇਟ ਤੇ ਲੱਗੀ ਹੁੰਦੀ ਹੈ ਹਨਾ, ਦੇਖੋ ਧੁੱਪ ਛਾਂ ਸਾਰੀ ਲਗਾਈ ਖੜੀ ਆ ਉਹ ਹਨਾ, ਆਪਾਂ ਕਿਹੜਾ ਮਹੀਨੇ ਦੇ ਮਹੀਨੇ ਚੇਂਜ ਕਰਾਉਂਦੇ ਆ, ਠੀਕ ਹੈ। ਸੋ ਹਾਂਜੀ ਬੋਲੋ। ਤੇ ਯੂਜ਼ਸ ਕਿੱਥੇ ਆਉਂਦੀਆਂ ਨੇ ਇਹਨਾਂ ਦੀਆਂ? ਜਾਂ ਤਾਂ ਸਵਿਚ ਬੋਰਡਸ, ਜਾਂ ਫਿਰ ਤੁਸੀਂ ਦੇਖਿਆ ਹੋਊਗਾ ਕੁੱਕਰ ਪੈਨਸ ਵਗੈਰਾ ਦੇ ਹੈਂਡਲਸ। ਸੋ ਇਟ ਇਜ਼ ਅ ਪੂਰ ਕੰਡਕਟਰ ਆਫ ਇਲੈਕਟ੍ਰਿਸਿਟੀ ਐਂਡ ਹੀਟ, ਠੀਕ ਹੈ ਨਾ। ਜਦੋਂ ਆਪਾਂ ਕੁੱਕਰ ਨੂੰ ਚੱਕਦੇ ਆਂ, ਜੇ ਕਈ ਵਾਰੀ ਮੂਰੇ ਜਿਹੀ ਉਂਗਲ ਲੱਗ ਜੇ ਮਾੜੀ ਜਿਹੀ ਜਿੱਥੇ ਉਹ ਨਹੀਂ ਹੁੰਦਾ ਬਲੈਕ ਜਾਂ ਹੈਂਡਲ, ਤਾਂ ਉਹ ਜਿੰਨੀ ਸਪੀਡ ਨਾਲ ਹੱਥ ਉੱਥੇ ਗਿਆ ਹੁੰਦਾ ਉਦੋਂ 10 ਗੁਣਾ ਸਪੀਡ ਨਾਲ ਵਾਪਸ ਵੀ ਆਉਂਦਾ, ਸਮਝ ਗਏ ਨਾ। ਸੋ ਜਦੋਂ ਵੀ ਪੋਲੀਮਰ ਦੀ ਯੂਜ਼ ਆਣੀ ਹੈ ਰਾਜੇ, ਤਾਂ ਪਹਿਲਾਂ ਆਪਾਂ ਨੂੰ ਉਹਦਾ ਪ੍ਰੈਕਟੀਕਲ ਯੂਜ਼ ਪਤਾ ਹੋਣਾ ਚਾਹੀਦਾ ਕਿ ਆਪਾਂ ਨੂੰ ਕਿੱਥੇ ਯੂਜ਼ ਕਰਦੇ ਹਾਂ। ਸੋ ਦਿਸ ਇਜ਼ ਪੋਲੀਥੀਨ ਫਰੋਮ ਇਥੀਨ, ਠੀਕ ਹੈ। ਅੱਗੇ ਦੇਖੋ, ਜਦੋਂ ਡਬਲੀ ਬੌਂਡਡ ਕਾਰਬਨ ਦੇ ਉੱਪਰ ਕੋਈ ਫੰਕਸ਼ਨਲ ਗਰੁੱਪ ਲੱਗਿਆ ਹੋਵੇ ਆਪਾਂ ਕੀ ਕਹਿੰਦੇ ਸੀ ਉਸਨੂੰ? ਵਿਨਾਈਲ। ਸੋ ਇੱਥੇ Cl ਲੱਗ ਗਿਆ, ਤਲੇ ਲੱਗ ਗਿਆ ਵਿਨਾਈਲ ਕਲੋਰਾਈਡ। ਡਨ। ਮੈਂ ਇਸ ਦੇ ਬਹੁਤ ਸਾਰੇ ਯੂਨਿਟਸ ਲੈ ਲਏ, ਇਹਨਾਂ ਨੂੰ ਜੋੜ ਕੇ ਕੀ ਬਣ ਜਾਊਗਾ ਦੇਖੋ, CH2 ਡਬਲ ਬੌਂਡ ਇੱਥੇ ਸੀਗਾ, Cl ਨੂੰ ਸਾਈਡ ਤੇ ਰੱਖੋ, ਬੌਂਡ ਕਨੈਕਟ ਕਰਤੇ N। ਸੋ ਇਹ ਕੀ ਬਣ ਗਿਆ? ਪੋਲੀ ਵਿਨਾਈਲ ਕਲੋਰਾਈਡ, PVC, ਠੀਕ ਹੈ। ਸੋ ਮੋਸਟ ਕਾਮਨ ਯੂਜ਼ PVC ਦਾ ਕਿੱਥੇ ਹੋਣਾ ਸ਼ੁਰੂ ਹੋਇਆ ਸੀ? PVC ਪਾਈਪਸ, ਅੰਡਰਗਰਾਉਂਡ ਵਾਟਰ ਪਾਈਪਸ। ਕਿਉਂਕਿ ਘਰਾਂ 'ਚ ਸਲਾਬ ਆਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਪਾਈਪਸ ਦੀ ਲੀਕੇਜ ਸ਼ੁਰੂ ਹੋ ਜਾਂਦੀ ਹੈ, ਲੋਹੇ ਦੀਆਂ ਪਾਈਪਾਂ ਹੌਲੀ ਜਲਦੀਆਂ ਲੀਕ ਹੋਣ ਲੱਗ ਜਾਂਦੀਆਂ। ਸੋ PVC ਪਾਈਪਸ। ਦੂਸਰਾ, ਜਿਹੜੇ ਅੱਜ ਕੱਲ ਫਲੋਰਿੰਗ ਮੈਟਸ ਆਉਂਦੇ ਆ, they are all made from PVC। तीसरा कर्टन्स, ਜਿਹੜੇ थिक कर्टन्स ਹੁੰਦੇ ਆ। ਚੌਥਾ रेनकोट्स, ठीक है ना। ਜਿਹੜੇ ਵਿੰਡ ਸ਼ੀਟਰਸ ਹੁੰਦੇ ਨੇ ਉਹ PVC ਹੁੰਦੀ, ਉਹ ਸੌਰੀ ਉਹ ਪੋਲੀਥੀਨ ਹੁੰਦੀ ਹੈ। ਜਿਹੜੇ ਰੇਨਕੋਟਸ ਹੁੰਦੇ ਨੇ ਮੋٹے ਲੰਬੇ, ਠੀਕ ਹੈ ਨਾ, ਉਹ PVC ਹੁੰਦੀ ਹੈ। ਡਨ। ਸੋ ਦਿਸ ਇਜ਼ ਪੋਲੀਵਿਨਾਈਲ ਕਲੋਰਾਈਡ। ਲਿਖੋ ਜੀ ਦੋਨੋਂ। एक मिनट मैं ना कार साइड पे कर रहा हूं, ਤੁਸੀਂ ਇਹ ਲਿਖੋ। ऐसे तो पहले क्या सुना पहले क्या सुना से पूरा मंदिर अपने बॉडी को
सारा की फरमाइश चलो ਆਪਾਂ ਇਕੱਠੀ ਹੋਰ ਵੀ ਖਤਮ ਕਰ ਸਕਦੇ ਹੈਗੇ ਨਾ ਚਲ ਵੈਸੇ ਕੋਈ ਇੰਪੋਰਟੈਂਟ ਨਹੀਂ ਸੋ ਦੇਖੋ ਇਹ ਨੈਕਸਟ ਸੋ ਆਪਾਂ ਚਾਰੋਂ H ਹਟਾ ਕੇ ਉਹਨਾਂ ਦੀ ਜਗ੍ਹਾ ਤੇ ਫਲੋਰੀਨਸ ਲਗਾ ਦਿੰਦੇ ਠੀਕ ਹੈ so this becomes tetra fluoroethene ठीक है so similarly अपने को बन जाएगा इसको आप बोलेंगे पॉली टेट्रा फ्लोरोइथीन PTFE commonly known as टेफ्लॉन ठीक है टेफ्लॉन की ਹੁੰਦਾ ਹੈ ਜਿਹੜੀ ਆਪਣੀ ਨॉन ਸਟਿਕ ਯੂਟੈਂਸਿਲਸ ਦੀ ਕਵਰਿੰਗ ਹੁੰਦੀ ਹੈ ਤੁਸੀਂ ਦੇਖਿਆ ਹੋਗਾ ਨਾ ਜਿਹੜੇ ਨॉन ਸਟਿਕ ਪੈਨਸ ਹੁੰਦੇ ਨੇ ਉਹਨਾਂ ਦੇ ਉੱਤੇ ਬਲੈਕ ਜੀ ਕੋਟਿੰਗ ਚੜਾਈ ਹੁੰਦੀ ਹੈ ਸੋ ਦੈਟ ਇਜ਼ ਟੈਫਲॉन ਠੀਕ ਹੈ ਇਹ ਵੀ ਨੋਟ ਕਰ ਲਓ हो गया यस सर so this is ethene CH2 double bond CH2 मैं एक H हटा के ਇੱਥੇ ਲਗਾਤੀ benzene IUPAC name ਕੀ ਬਣਿਆ ethynyl benzene common name known as styrene मैं इसके n units लूंगा ये जुड़ के बन जाएगा CH2 bond CH benzene n moles so this becomes polystyrene लिखो done with it हो गया so this completes your alkenes ਹੁਣ heading ਦਿਓ benzene ਆਪਾਂ alkynes ਬਾਅਦ ਚ ਕਰ ਲਾਂਗੇ alkynes ਦਾ ਤਾਂ ਕੁਝ ਵੀ ਨਹੀਂ ਹੈ ਬਸ ਜਿੰਨੀਆਂ ਵੀ ਰਿਐਕਸ਼ਨਸ ਆ ਬਸ ਡਬਲ ਹੈ ਠੀਕ ਹੈ ਹਾਂ ਆਫ ਕੋਰਸ ਕੱਲ ਜਿਹੜਾ ਟੈਸਟ ਹੈ ਜੇ ਉਹ ਜੋ ਕੁਝ ਆਪਾਂ ਨੇ ਕੱਲ ਕੀਤਾ ਸੀ ਤੇ ਜੋ ਹੁਣ ਤੱਕ ਕਰ ਚੁੱਕੇ ਬਸ ਦੈਟਸ ਬenzene ਦਾ ਹੈ ਕਿ ਵਿੱਚ ਹੀ ਕਰ ਦਈਏ ਚਲੋ ਕਰ ਹੀ ਦੇਵਾਂਗੇ ਨਹੀਂ ਮੈਂ ਤਾਂ ਪੁੱਛ ਰਹੀ ਸੀ ਦੱਸ ਬਸ ਮੈਂ ਦੱਸਦਾ ਤੂੰ ਪੁੱਛ ਰਹੀ ਸੀ ਰਹਿਣ ਦੋ ਸਰ ਸੋ ਜੋ ਆਪਾਂ ਨੇ ਕੱਲ ਕੀਤਾ ਸੀ ਤੇ ਜੋ ਆਪਾਂ ਅੱਜ ਕਰਾਂਗੇ ਠੀਕ ਹੈ ਸੋ ਦੈਟ ਵਿਲ ਬੀ ਇਨਕਲੂਡਡ ਇਨ ਟੁਮਾਰੋਜ਼ ਟੈਸਟ ਕੀ तू जितना पढ़ेगा मैं उतना ही जवाब दूंगा ठीक है तो पढ़ना वाला चाहे एक रिएक्शन करें मैं दस दे कि मैंने हाँ आती है मैं वही दे दूंगा 15/15 उससे चुप चलो और अभी जशन कितने जशन तू आए तो क्या है चलो और
सो ਆਪਾਂ ਹੁਣ ਇੱਕ ਇੰਪੋਰਟੈਂਟ ਪਾਰਟ ਸਟਾਰਟ ਕਰਨਾ ਹੈ ਸੋ ਲਿਖੋ ਰਦੇ ਬੈਂਜ਼ੀਨ ਆ ਕੌਣ ਹੈ ਹਾਂ ਇੱਥੇ ਬੁਲਾਵਾਂ ਸਟੇਜ ਤੇ ਹਾਂਜੀ ਰਦੇ ਸੋ ਦੇਖੋ बेंजीन comes under आप पहला भी कर चुके एरोमेटिक कंपाउंड्स ठीक है वर्ड एरोमेटिक comes from aroma aroma का मतलब की होता है जी खुशबू ठीक है sweet smelling compounds but chemistry ਦੇ ਵਿੱਚ sweet smelling compounds ਹੋਰ ਬਥੇਰੇ ਹੈ ਜਿਵੇਂ ਕਿ ਆਪਣੇ ਕੋਲ ਜਿਹੜੇ characteristic compound है ਜਦੋਂ ਵੀ ਖੁਸ਼ਬੂ ਦੀ ਗੱਲ ਆਉਂਦੀ ਹੈ ਤਾਂ ਐਸਟਰਸ they have a fruity smell fruits ਵਾਲੀ smell ਹੁੰਦੀ ਹੈ ਅਲੱਗ-ਅਲੱਗ ਐਸਟਰਸ ਦੀ ਠੀਕ ਹੈ ਸੋ ਕੈਮਿਸਟਰੀ ਦੇ ਵਿੱਚ ਐਰੋਮੈਟਿਸਿਟੀ ਦਾ ਮਤਲਬ ਕੁਝ ਹੋਰ ਹੈ ਠੀਕ ਹੈ ਸੋ ਨੋ ਡਾਊਟ ਕਿ ਬੈਂਜ਼ੀਨ ਇਜ਼ ਐਨ ਐਰੋਮੈਟਿਕ ਕੰਪਾਊਂਡ ਬਟ ਆਪਾਂ ਬੇਸਿਕਲੀ ਐਰੋਮੈਟਿਕ ਦਾ ਮਤਲਬ ਕੀ ਕਹਿੰਦੇ ਆ ਸੋ ਪਹਿਲਾਂ ਲਿਖੋ ਕੁਐਸਚਨ ਦੇ ਤੌਰ ਤੇ what do you mean by aromaticity ਬੜਾ ਲਿਖਣ ਨੂੰ ਕਹਿ ਰਹਾ ਹਾਂ What do you mean by aromaticity? हाँ जी, so लिखो aromaticity is given by मतलब rules ने अपने कोल भी कोई कंपाउंड aromatic हैगा या नहीं हैगा aromaticity is given by Huckel's rules Huckel's Huckel's rules aromaticity is given by Huckel's rules ठीक है एक मैं स्पेलिंग लिख के देता नहीं वही दूर धीरे भैया ठीक है जसप्रीत तो खड़ा हो ਇੱਥੇ ਬੈਠਾ मैं तो कैसे स्पेलिंग करता हूं ਮੈਂ ਤਾਂ ਕੁਝ ਕੀ ओके सर ਕੋਈ ਨਹੀਂ ਕੋਈ ਉੱਤੋਂ ਟੱਪ ਕੇ ਆ ਜਾ ਜਵਾਨ ਮੁੰਡੇ ਯਾਰ ਆ ਜਾ ਬੜਾ ਕਿ ਜਵਾਨ ਨਹੀਂ ਹੈਗਾ ਫਿਰ ਵੀ ਆ ਜਾ ਦਿਲਜੀਤ ਤੋਂ ਉੱਥੇ ਚਲਾ ਜਾ ਉਹ ਕਾਰਨਰ ਤੇ ਸਾਹਿਲ ਤੋਂ ਉਧਰ ਲਾਸਟ ਬੈਂਚ ਤੇ तू की बात चल बेटा चल शाबाश इम्प्यूरिटीज बढ़ती जा रही हैं पहला एक सी होते हैं मैं कुछ कही तेरा नाम तो ले आए थोड़ी मैं मैंने आए जो सुखमत डिस्टर्ब कर रहे होगा दिल्ली कॉर्नर So aromaticity Huckel's rules ਨਾਲ ਦਿੱਤੀ ਜਾਂਦੀ ਹੈ ਦੇਖੋ ਹੁਣ Huckel's rules ਕੀ ਕਹਿੰਦੇ ਆ ਲਿਖੋ point number 1 ਇਹ ਮੇਨ Huckel's rule ਹੈ ਰਦੇ ਠੀਕ ਹੈ ਨਾ ਮਤਲਬ ਜੇ ਉੱਥੇ ਕੁਐਸਚਨ ਆਉਂਦਾ ਹੈ define Huckel's rule ਤਾਂ ਆਪਾਂ ਜੇ 1 ਨੰਬਰ ਦਾ ਕੁਐਸਚਨ ਹੈ ਲਿਖਾਂਗੇ ਲਿਖੋ there should be ऐसा 4n plus 2 pi electrons. There should be 4n plus 2 pi electrons. Done? ठीक है ये पहला Huckel's rule है देखो रदे ਹੁਣ ਇਹਦੇ ਅਕੋਰਡਿੰਗ ਇੱਕ ਕੰਪਾਊਂਡ ਦੇ ਵਿੱਚ ਦੇਖੋ ਰਦे ਹੁਣ ਆਪਾਂ ਪੜ੍ਹ ਕੀ ਰਹੇ ਹਾਂ ਕਿ ਕੰਪਾਊਂਡ ਐਰੋਮੈਟਿਕ ਉਦੋਂ ਹੋਊਗਾ ਜਦੋਂ ਉਹਦੇ ਵਿੱਚ ਇੰਨੇ ਪਾਈ ਇਲੈਕਟ੍ਰੌਨਸ ਹੋਣਗੇ ਇੰਨੇ ਦਾ ਮਤਲਬ ਕੀ ਹੋਇਆ देखो इधर जे आप वैल्यू ऑफ n 0 1 2 3 लवांगे तो इधर आ जाओ it's important to keep yourself hydrated मैं कुछ गलत किया मैं आई क्या इट्स इंपॉर्टेंट टू कीप योरसेल्फ हाइड्रेटेड ये तो बहुत अच्छी आदत है बहुत चंगी आदत है बड़ा उधर दो
पहले इन्हें चेक कर ला चंगी तरह। सो वैल्यू ऑफ n अगर आप पुट करांगे 0 1 2 3 तो अपने कोल पाई इलेक्ट्रॉन्स दी गिनती कितनी होगी राजे 2 6 10 14 समझ गए ना जे आप n दी वैल्यू पुट करांगे यानी कि एक कंपाउंड दे विच n पाई इलेक्ट्रॉन्स होने चाहिए है पहला रूल सो बेंजीन दे विच चेक करो सो दिस इज योर बेंजीन दे विच पाई बॉन्ड्स कितने हैं 10 ते यानी कि एक बॉन्ड दे विच दो इलेक्ट्रॉन्स होंदे ने सो 10 दूनी 6 इलेक्ट्रॉन्स clear so benzene is aromatic according to the first rule लिखो देखिए जस्ट मेरा नोट्स नहीं एंड किसकी की वैल्यू है सर देखिए जिन्हों आप मैथ ਦੇ ਵਿੱਚ होल नंबर या इंटीजर कुछ भी बोल रहे हैं तो पता वैल्यू पुट करनी है अपने को पाई इलेक्ट्रॉन्स ऐसे होने चाहिए n की वैल्यू पुट करके देखी चल जो 0 पुट करेगा तो 2 आऊगी 1 पुट करेगा तो 6 आऊगी बेंजीन 6 है कि 3 पाई बॉन्ड है 1 2 3 एक बॉन्ड 2 इलेक्ट्रॉन नहीं होंगे एक इधरले एटम का एक इधरले एटम का सो 3 दूनी ठीक है हां जी बेटे नंबर 2 there should be delocalization of electrons there should be delocalization of pi electrons there should be delocalization of pi electrons so the delocalization होनी भी जरूरी है pi electrons की पोजीशन फिक्स नहीं होनी चाहिए समझ गए डन और डन के नहीं सो अपने को डीलोकलाइजेशन होनी जरूरी है डीलोकलाइजेशन का मतलब हां जी हम बेंजीन दी डीलोकलाइजेशन आप कर चुके जिन्हों आप रेजोनेंस भी बोल देते हैं ठीक है सो मेरे नाल बेंजीन दे रेजोनेटिंग स्ट्रक्चर्स बनाओ पहला स्ट्रक्चर कितने टोटल बनेंगे 5 गुड लिखो रे शाबाश अगला हां जी किसी भी एक पाई बॉन्ड नु अगले एटम पे शिफ्ट कर दो ठीक है सो अपना पहला रेजोनेटिंग स्ट्रक्चर सॉरी दूसरा ऐसा बन गया ये देखो दोनों इलेक्ट्रॉन्स आ गए नेगेटिवली चार्ज्ड सो दिस बिकम्स पॉजिटिवली चार्ज्ड डन ਹੁਣ ਜਿਹੜੇ ਇਹ ਇਲੈਕਟ੍ਰॉन्स ਨੇ ਇਹਨਾਂ ਨੂੰ ਅਗਲੇ ਬੌਂਡ ਤੇ ਸ਼ਿਫਟ ਕਰ ਦਿਓ ਉਸ ਤੋਂ ਨੈਕਸਟ ਬੌਂਡ ਨੂੰ ਅਗਲੇ ਐਟਮ ਤੇ हो गया a next bond and bond on the next atom सो उन ए इलेक्ट्रॉन्स अगले बॉन्ड पे आ गए ते अपना लास्ट रेजोनेटिंग स्ट्रक्चर फॉर्म हो गया एंड डन ठीक है सो आप इसी करके दा रेजोनेटिंग हाइब्रिड ऐदा बना देंगे हमने यहां कि आप पाई बॉन्ड्स रोटेट कर रहे हैं ठीक है भाई सो बेसिकली डीलोकलाइजेशन ऑफ इलेक्ट्रॉन्स होनी चाहिए डीलोकलाइजेशन ਆਪਾਂ ਇੱਕ ਹੋਰ ਨੇਮ ਕੀ ਦਿੰਦੇ ਆ रेजोनेंस ਆਪਾਂ ਇਹਨੂੰ ਈਜ਼ੀਲੀ ਐਂ ਵੀ ਲਿਖ ਸਕਦੇ ਆ देयर शुड बी अ प्रेजेंस ऑफ रेजोनेंस कंपाउंड रेजोनेंस शो करना चाहिए ठीक है
ਆਪਾਂ ਹੁਣੇ ਇਹ ਵੀ ਕਰਾਂਗੇ ਕਿ ਬੈਂਜ਼ੀਨ ਦੇ ਵਿੱਚ ਰੈਜ਼ੋਨੈਂਸ ਦੇ ਪ੍ਰੂਫਸ ਕੀ ਨੇ ਠੀਕ ਹੈ ਥਰਡ ਪੁਆਇੰਟ ਦੇਖੋ ਥਰਡ ਹੱਕਲਸ ਰੂਲ the molecule should be planar the molecule should be planar ਤੁਹਾਡਾ ਮੋਲੀਕਿਊਲ ਰਜੇ ਪਲੇਨਰ ਹੋਣਾ ਚਾਹੀਦਾ ਹੈ ਪਲੇਨਰ ਦਾ ਮਤਲਬ ਕਿ ਜਿਵੇਂ ਸਾਨੂੰ ਪਿਕਚਰ ਦਿਖ ਰਹੀ ਹੈ ਐਕਚੁਅਲ ਚ ਵੀ ਉਵੇਂ ਹੀ ਹੋਣਾ ਚਾਹੀਦਾ ਯਾਦ ਹੈ ਸਾਨੂੰ ਕੀ ਕੀਤਾ ਸੀ ਆਪਾਂ ਨੇ ਐਲਕੇਨਸ ਦੇ ਟਾਈਮ ਜਦੋਂ ਆਪਾਂ ਨੇ ਕਨਫਰਮੇਸ਼ਨਲ ਆਈਸੋਮੈਰਿਜ਼ਮ ਕੀਤਾ ਸੀ ਆਪਾਂ ਨੇ ਕਿਹਾ ਸੀ ਕਿ ਸਾਈਕਲੋਹੈਕਸੇਨ ਦੇਖਣ ਨੂੰ ਆਏ ਲੱਗਦੀ ਹੈ ਮਤਲਬ ਵੈਸੀ ਬਣਾਉਣ ਨੂੰ ਬਟ ਐਕਚੁਅਲ ਸਟਰਕਚਰ ਉਹਦਾ ਦੋ ਫਾਰਮਸ ਐਗਜ਼ਿਸਟ ਕਰਦਾ ਹੈ ਚੇਅਰ ਐਂਡ ਬੋਟ ਯਾਦ ਹੈ ਕਿ ਨਹੀਂ ਜਿਨ੍ਹਾਂ ਨੂੰ ਆਪਾਂ ਨੇ ਕਿਹਾ ਸੀ ਕਿ ਥੀਸ ਆਰ ਕਾਲਡ ਪਕੜ ਰਿੰਗ ਸਟਰਕਚਰਸ ਯਾਦ ਹੈ जबकि बेंजीन ਜਿਹੜੀ ਹੈਗੀ ਹੈ ਆਪਾਂ ਜਿਓਮੈਟਰੀ ਦੇ ਅਕੋਰਡਿੰਗ ਮੈਥਸ ਦੇ ਅਕੋਰਡਿੰਗ ਆਈ ਐਕਸਪੈਕਟ ਕਰਦੇ ਹਾਂ ਤਾਂ ਆਈ ਹੀ ਹੈ ਈਚ ਐਂਗਲ 120 ਡਿਗਰੀ ਯੂ ਗੈਟਿੰਗ ਅ ਪੁਆਇੰਟ ਸੋ ਬੈਂਜ਼ੀਨ ਦਾ ਸਟਰਕਚਰ ਇਹੀ ਹੈ ਇਟ ਇਜ਼ ਅ ਪਲੇਨਰ ਮੋਲੀਕਿਊਲ ਸੋ ਤਿੰਨੋਂ ਕੰਡੀਸ਼ਨਸ ਹੁਣ ਦੇਖੋ ਉਹਦੇ ਜਦੋਂ ਆਪਾਂ ਐਮਸੀਕਿਊਜ਼ ਕਰਾਂਗੇ ਜਾਂ ਜਿਹੜੇ ਬੱਚੇ ਕਰਨਗੇ ਤਾਂ ਦੇਖੋ ਉਦੋਂ ਇਹ ਟੌਪਿਕ ਬਹੁਤ ਡੀਪ ਜਾਂਦਾ ਹੁੰਦਾ ਕਿਉਂਕਿ ਉੱਥੇ ਤੁਹਾਨੂੰ ਕੁਐਸਚਨ ਆਏ ਨਹੀਂ ਆਊਗਾ ਕਿ ਬੈਂਜ਼ੀਨ ਰੈਜ਼ੋਨੈਂਟ ਐਰੋਮੈਟਿਕ ਕਿਉਂ ਹੈ ਉੱਥੇ ਸਾਨੂੰ ਅਲੱਗ-ਅਲੱਗ ਸਟਰਕਚਰਸ ਦਿੱਤੇ ਹੋਏ ਹੋਣਗੇ ਠੀਕ ਹੈ ਕਿ ਦੱਸੋ ਜਿਹੜਾ ਇਹ ਗਿਵਨ ਕੰਪਾਊਂਡ ਹੈ ਇਹ ਐਰੋਮੈਟਿਕ ਹੈ ਜਾਂ ਨਹੀਂ ਹੈ ਜੇ ਹੈ ਤਾਂ ਕਿਉਂ ਹੈ ਜੇ ਨਹੀਂ ਹੈ ਤਾਂ ਕਿਉਂ ਨਹੀਂ ਹੈ ਠੀਕ ਹੈ ਨਾ ਸੋ ਇੱਥੇ ਤਾਂ ਆਪਣਾ ਪਹਿਲਾ ਹੱਕਲਸ ਰੂਲ ਹੀ ਫੇਲ ਹੋ ਗਿਆ ਕਿ ਇਹਦੇ ਕੋਲ ਪਾਈ ਇਲੈਕਟ੍ਰॉन्स ਕਿੰਨੇ ਹੈ 2 ਤੇ 2 4 ਹੁਣ ਇਹ ਕਿੰਨੇ ਚਾਹੀਦੇ ਨੇ 2 6 10 14 ਮੇਰੀ ਗੱਲ ਸਮਝ ਰਹੇ ਹੋ ਕਿ ਨਹੀਂ ਅਗਰ ਕੋਈ ਮੋਲੀਕਿਊਲ ਆਪਣਾ ਰੈਜ਼ੋਨੈਂਸ ਸ਼ੋ ਕਰ ਰਿਹਾ ਹੈ ਤੇ ਉਹਦੇ ਕੋਲੇ ਪਾਈ ਇਲੈਕਟ੍ਰॉन्स ਵੀ ਉਨੇ ਹੀ ਹੈ ਬਟ ਉਹ ਪਲੇਨਰ ਨਹੀਂ ਹੈਗਾ ਉਹ ਤਾਂ ਵੀ ਐਰੋਮੈਟਿਕ ਨਹੀਂ ਹੋਊਗਾ ਮੇਰੀ ਗੱਲ ਸਮਝ ਗਈ ਨਾ ਸੋ ਨੂੰ ਚਾਰ ਆਪਸ਼ਨਸ ਆਣਗੀਆਂ ਤੇ ਦਿੱਤਾ ਹੋਊਗਾ ਵੀ ਦੱਸੋ ਇਹਨਾਂ ਚੋਂ ਕਿਹੜਾ ਐਰੋਮੈਟਿਕ ਹੈਗਾ ਜਾਂ ਕਿਹੜਾ ਨਹੀਂ ਹੈਗਾ ਤਾਂ ਮਤਲਬ ਇਹ ਕੁਐਸਚਨ ਕਾਫੀ ਡੀਪ ਜਾਂਦਾ ਹੁੰਦਾ ਹੈ ਠੀਕ ਹੈ ਤਾਂ ਆਪਾਂ ਫਿਲਹਾਲ ਇੱਥੇ ਸਿਰਫ ਬੈਂਜ਼ੀਨ ਪੁਆਇੰਟ ਆਫ View ਨਾਲ ਹੀ ਡਿਸਕਸ ਕਰ ਰਹੇ ਹਾਂ ਸੋ ਤਿੰਨ ਰੂਲਸ ਹੋ ਗਏ ਆਪਣੇ ਕੋਲ 4n+2 ਪਾਈ ਇਲੈਕਟ੍ਰॉन्स ਜਿਹੜਾ ਕਿ ਮੇਨ ਰੂਲ ਹੈ दूसरा रेजोनेंस होनी चाहिए है तीसरा मॉलिक्यूल शुड बी प्लेनर डन ठीक है नेक्स्ट क्वेश्चन प्रूफ ऑफ रेजोनेंस इन बेंजीन अपने कोल बेंजीन दे विच रेजोनेंस होने दे प्रूफ्स की है ठीक है लिखो दे नंबर 1 कार्बन कार्बन बॉन्ड लेंथ सो लिखो दे वी नो कि कार्बन सिंगल बॉन्ड कार्बन 154 पिकोमीटर्स ਹੁੰਦਾ ਹੈ ਤੇ ਕਾਰਬਨ ਡਬਲ ਬੌਂਡ ਕਾਰਬਨ 134 ਪਿਕੋਮੀਟਰਸ ਹੁੰਦਾ ਹੈ ਠੀਕ ਹੈ ਨਾ ਇਸ ਦੇ ਅਕੋਰਡਿੰਗ ਜੇ ਮੈਂ ਬੈਂਜ਼ੀਨ ਦਾ ਕੋਈ ਵੀ ਸਟਰਕਚਰ ਬਣਾਵਾਂ ਇਦਾਂ ਦਾ ਠੀਕ ਹੈ ਤਾਂ ਤਿੰਨ ਬੌਂਡ ਇਹ ਵਾਲੇ ਹੋਣੇ ਚਾਹੀਦੇ ਨੇ ਤੇ ਤਿੰਨ ਬੌਂਡ ਆਹ ਵਾਲੇ ਜਦਕਿ all the 6 bonds ਚਾਹੇ ਸਿੰਗਲ ਬੌਂਡ ਹੈ ਚਾਹੇ ਡਬਲ ਬੌਂਡ ਕਿੰਨਾ ਹੁੰਦਾ ਹੈ ਇਹਦਾ ਆਪਾਂ ਨੇ ਕੈਮੀਕਲ ਬੌਂਡਿੰਗ ਦੇ ਟਾਈਮ ਵੀ ਕੀਤਾ ਹੋਇਆ ਹੈ ਠੀਕ ਹੈ ਨਾ ਕਿ ਇਹੀ ਪ੍ਰੂਫ ਹੁੰਦਾ ਆਪਣੇ ਕੋਲ ਰੈਜ਼ੋਨੈਂਸ ਦਾ ਕਿ ਸਾਰੇ ਬੌਂਡ ਸੇਮ ਹੈ ਯਾਨੀ ਕਿ ਨਾ ਤਾਂ ਕੋਈ ਵੀ ਬੌਂਡ ਪ੍ਰੋਪਰਲੀ ਸਿੰਗਲ ਬੌਂਡ ਹੈ ਨਾ ਹੀ ਕੋਈ ਵੀ ਬੌਂਡ ਪ੍ਰੋਪਰਲੀ ਡਬਲ ਬੌਂਡ ਹੈ ਸਾਰਿਆਂ ਦੇ ਕੋਲ ਪਾਰਸ਼ੀਅਲ ਡਬਲ ਤੇ ਸਿੰਗਲ ਬੌਂਡ ਕਰੈਕਟਰ ਹੈ ਡਨ ਪੱਲੇ ਪੈਂਦੀ ਹੈ ਗੱਲ ਠੀਕ ਹੈ ਲਿਖੋ ਦੇ ਫਰਸਟ ਪ੍ਰੂਫ ਹੈ ठीक है ना कि मतलब ਉਹਦੇ ਕੋਲੇ ਕੋਈ ਵੀ ਪਿਓਰਲੀ ਸਿੰਗਲ ਜਾਂ ਡਬਲ ਬੌਂਡ ਨਹੀਂ ਹੈਗਾ ਠੀਕ ਹੈ ਸੈਕੰਡ ਪ੍ਰੂਫ ਕੀ ਕਹਿੰਦਾ ਰਜੇ ਹੁਣ ਇਧਰ ਦੇਖੋ ਧਿਆਨ ਨਾਲ हाँ जी कोई भी बच्चा थोड़े चो मैं दस जे आप बेंजीन ना मनीए वैसे ठीक है एक नॉर्मल साइक्लोहेक्सेन मान लो जिहदे विच तीन डबल बॉन्ड्स है
कोई भी बच्चा दसो इस कंपाउंड का आईयूपीएसी नेम की होगा? टफ हो गया। हाँ अगे बेंजीन तो आप ले ही ना रहे, आप साइक्लोहेक्सेन ले रहे हैं। हेक्सेन नहीं होना, तीन डबल बॉन्ड्स है, ट्राई भी आऊगा। चलो क्लोरीन के डबल बॉन्ड जो ज्यादा प्रेफरेंस किनु देवांगे? डबल बॉन्ड नो, क्योंकि क्लोरीन एक सब्स्टिट्यूएंट है, सो नंबरिंग इधर नहीं जाऊगी, नंबरिंग डबल बॉन्ड के अकॉर्डिंग होगी। ठीक है, सो कंपाउंड का नेम बनूंगा 1,6 डाइक्लोरो साइक्लोहेक्सा 135 ट्राईईन। समझ गए? यही कंपाउंड दोनों सेम है। हेलो हुन मैं दा रेजोनेंस बना लिया, हुन तेरे वाला नाम होगा 1,2 डाइक्लोरो साइक्लोहेक्सा 135 ट्राईईन। सो अगर सपोज रेजोनेंस ना होवे ते डबल बॉन्ड की पोजीशन फिक्स होवे तो एदा नाम डिफरेंट है, एदा नाम डिफरेंट है, जबकि एदा नहीं है। दोनों कंपाउंड्स की ने सेम रहे, दोनों कंपाउंड्स का नाम की है बलजिंदर, दोनों कंपाउंड्स का नाम की है 1,2 डाइक्लोरो बेंजीन, 1,2 डाइक्लोरो बेंजीन। ठीक है ना? जे सपोज रेजोनेंस ना होवे, गल लो समझ गए कि नहीं? फिर तो दोनों अलग अलग कंपाउंड्स हैं, जबकि दोनों अलग अलग कंपाउंड्स नहीं है। ड्यू टू रेजोनेंस दोनों का नाम किया है 1,2 डाइक्लोरो बेंजीन, क्योंकि यार डबल बॉन्ड्स की पोजीशन फिक्स ही नहीं हैगी, ये तां रोटेट करी जा रहे हैं। सो इंस्टेड ऑफ ऐदा आप इन्हां नूं आए लिखते हैं। डन के नहीं? नोट करो। हो गया बंदे? साइड डन? हाँ जी, थर्ड प्रूफ। ਹੁਣ कोई बच्चा ਮੈਨੂੰ ਆਪਦੀ ਨੌਲੇਜ ਨਾਲ ਦੱਸ ਦਿਓ ਕਿ ਇਹਦੇ ਚ ਤਿੰਨ ਡਬਲ ਬੌਂਡਸ ਹੈ, ਤਾਂ ਮੈਂ ਬੈਂਜ਼ੀਨ ਤੋਂ ਕੀ ਉਮੀਦ ਕਰਦਾ ਹਾਂ ਕਿ ਇਹ ਐਡੀਸ਼ਨ ਰਿਐਕਸ਼ਨਸ ਸ਼ੋ ਕਰੂਗੀ ਕਿ ਸਬਸਟੀਟਿਊਸ਼ਨਸ? एडिशंस ड्यू टू डबल बॉन्ड्स। ठीक है, बट बेंजीन मेनली शोज, आप करांगे इट मेनली शोज सब्सटीट्यूशन रिएक्शंस, जिस तो पता लगता है कि ये कोल तीन डबल बॉन्ड्स का करैक्टर नहीं है। ठीक है ना? इट मेनली बिहेव्स सर है तो है। नहीं है, अगर ये प्योर डबल बॉन्ड्स नहीं है, वही तो आप कर रहे हैं। जे प्योर डबल बॉन्ड होता फिर तो बॉन्ड लेंथ 134 पिकोमीटर होना सी, वो नहीं हैगा। तो आप करांगे कि जिन्नियां जे आप 10 रिएक्शंस करांगे बेंजीन दियां, टोटल 7 करांगे, मैं दस दिंदा है ना, आप टोटल 7 रिएक्शंस करांगे, विच दो एडिशंस होंगियां ते 5 सब्स्टिट्यूशंस। सो मेनली बेंजीन शोज सब्स्टिट्यूशन रिएक्शंस। डन के नहीं? ठीक है, so these are the proofs जिथा पर पता लगता है कि बेंजीन shows resonance। डन के नहीं? ठीक है, टाइम कितना हो गया मुझे देखियो जरा, बलजिंदर देखने लगा 48 48 डन। हाँ जी, हेडिंग दो preparations of benzene। Preparations of benzene। Preparations of benzene। So वो benzene की preparations करनी है रजे भी, how can we prepare benzene? पहले लिखो from phenol। So again +2 की रिएक्शन आ गई, देखो phenol तो very important।
प्लस 2 ਲਈ ਵੀ ਬਹੁਤ ਇੰਪੋਰਟੈਂਟ ਹੁੰਦੀ ਹੈ ਰਿਐਕਸ਼ਨ। ਅੱਛਾ ਤੇ ਕਾਮਨਲੀ ਫੋਰਗੇਟੇਬਲ ਰਿਐਕਸ਼ਨ ਹੈ ਇਹ, ਬੱਚੇ ਨਾਰਮਲੀ ਭੁੱਲਦੇ ਆ। ਮਤਲਬ ਕਈ ਰਿਐਕਸ਼ਨਸ ਹੁੰਦੀਆਂ ਕਿ ਆਊਟ ਆਫ ਐਕਸਪੀਰੀਅੰਸ ਸਾਨੂੰ ਪਤਾ ਲੱਗਦਾ ਕਿ ਇਹ ਫੋਰਗੇਟੇਬਲ ਹੈ, ਠੀਕ ਹੈ ਨਾ। ਜਿਵੇਂ ਸਾਨੂੰ ਮਸਾਂ ਯਾਦ ਹੋਈਆਂ ਸੀ ਉਵੇਂ ਬੱਚਿਆਂ ਨੂੰ ਯਾਦ ਹੈ, ਮਤਲਬ ਯਾਦ ਨਹੀਂ ਹੈ ਹਨਾ। ਦੇਖੋ ਜਦੋਂ ਆਪਾਂ ਪਲੱਸ 2 ਚ ਇਹੀ ਰਿਐਕਸ਼ਨ ਕਰਾਂਗੇ, ਜਦੋਂ ਮੈਂ ਤੁਹਾਨੂੰ ਪੁੱਛੂੰਗਾ ਤੁਹਾਨੂੰ ਨਹੀਂ ਯਾਦ ਹੋਣੀ, ਠੀਕ ਹੈ ਨਾ। ਮਤਲਬ ਆਈ ਹੋਪ ਕਿ ਯੂ ਕੈਨ ਪ੍ਰੂਵ ਮੀ ਰੋਂਗ ਹੈ ਨਾ, ਬਟ ਨਹੀਂ ਯਾਦ ਹੋਣੀ, ਠੀਕ ਹੈ। ਆ ਜਾਓ ਬਲੇ। ਸੋ ਫਰੋਮ ਫਿਨੋਲ ਜਮਾ ਈਜ਼ੀ। ਦੇਖੋ ਤੁਸੀਂ ਬੈਂਜ਼ੀਨ ਬਣਾਣੀ ਹੈ, ਇੱਧਰ ਦੇਖੋ ਫਿਨੋਲ ਕੀ ਹੁੰਦਾ ਜਸ਼ਨ, ਕੀ ਲਗਾਵਾਂ ਬੈਂਜ਼ੀਨ ਦੇ ਉੱਤੇ? ਸਤਵੀਰ CH3 ਪਤਾ ਨਹੀਂ ਤੇਰੇ, ਉਹ ਟੋਲੂਇਨ ਹੁੰਦੀ ਹੈ ਵੈਸੇ, ਉਹ ਗ੍ਰੇਟ ਹੈ ਨਾ। ਸੋ ਬੈਂਜ਼ੀਨ ਦੇ ਉੱਪਰ ਮੈਂ ਇੱਕ ਮਿੰਟ ਸੱਚ ਬਲਜਿੰਦਰ रजे OH लगाना है, ਤਿੰਨਾਂ ਪੋਜੀਸ਼ਨਸ ਤੋਂ ਕਿਹੜੀ ਪੋਜੀਸ਼ਨ ਤੇ ਲਗਾਵਾਂ? ਬਿਲਕੁਲ ਉੱਪਰ ਤੇ, ਠੀਕ ਹੈ। ਅਨਮੋਲ ਆਂਸਰ ਕੁਝ ਕਹਿ ਨਹੀਂ ਸਕਦੇ। ਹਾਂ ਲਗਵੀਰ ਜਿੱਥੇ ਮਰਜ਼ੀ ਲਗਾਓ ਉਹਦੇ, ਇੱਕੋ ਗੱਲ ਹੈ, ਠੀਕ ਹੈ। ਸੋ ਫਿਨੋਲ ਕੀ ਹੋਊਗਾ? ਸੋ ਫਿਨੋਲ, ਠੀਕ ਹੈ। ਇਹ ਆਰਥੋ ਪੋਜੀਸ਼ਨ ਨਹੀਂ ਹੈਗੀ, ਇਹ ਬੈਂਜ਼ੀਨ ਹੈ ਹਲੇ ਕੱਲੀ। ਸੋ ਫਿਨੋਲ ਦੇਖੋ ਤੁਸੀਂ ਇਸ ਤੋਂ ਬਣਾਣੀ ਹੈ ਰਜੇ ਬੈਂਜ਼ੀਨ। ਸੋ ਬੇਸਿਕਲੀ ਮੈਂ ਇਸ ਦੇ ਇੱਕ ਮਿੰਟ ਦੇਖੋ ਜੈਸਮਿਨ, ਮੈਂ ਇਸ ਦੇ ਵਿੱਚੋਂ ਯਾਨੀ ਕਿ ਕੀ ਰਿਮੂਵ ਕਰਨਾ ਹੈ? OH ਰਿਮੂਵ ਕਰਨਾ ਹੈ, ਠੀਕ ਹੈ। ਆਂਸਰ ਜਸਪ੍ਰੀਤ? यस सर। ते HRD करना ਹੈ, है, HRD करना है। ਪਤਾ ਨਹੀਂ ਯਾਰ, ਮੈਂ ਤਾਂ ਤੁਹਾਨੂੰ ਕੁਐਸਚਨ ਪੁੱਛ ਰਿਹਾ। ਸੋ ਬੇਸਿਕਲੀ ਮੈਂ ਇਸ ਦੇ ਵਿੱਚੋਂ ਕੀ ਰਿਮੂਵ ਕਰਨਾ ਹੈ ਰਜੇ? ਕੱਲਾ O ਹੀ ਰਿਮੂਵ ਕਰਨਾ ਹੈ। ਜੈਸਮਿਨ H ਤਾਂ ਉਹਦੇ ਕੋਲ ਹੈਗਾ ਹੀ ਹੈ, ਠੀਕ ਹੈ ਨਾ। H ਇਹਦੇ ਕੋਲੇ ਹੈਗਾ, ਇਹ H ਉੱਥੇ ਹੀ ਰਹਿ ਜਾਊਗਾ। ਸੋ O ਦਾ ਰਿਮੂਵਲ ਕੀ ਹੁੰਦਾ ਰਜੇ? O ਨੂੰ ਰਿਮੂਵ ਕਰਨ ਨੂੰ ਆਪਾਂ ਕੀ ਕਹਿੰਦੇ ਆ? ਰਿਡਕਸ਼ਨ। ਸੋ ਜਿੱਥੇ ਹੈਡਿੰਗ ਦਿੱਤੀ ਸੀ ਫਰੋਮ ਫਿਨੋਲ, ਲਿਖੋ by reduction using zinc dust, ठीक है, मतलब पाउडर जिंक, ठीक है। सो ਆਪਾਂ ਇਸ ਨੂੰ जिंक ਦੇਵਾਂਗੇ, जिंक ਦੇ ਨਾਲ ਆਕਸੀਜਨ ਹੋ ਜੂਗੀ ਆਊਟ ਤੇ ਬੈਂਜ਼ੀਨ ਬਣ, ਠੀਕ ਹੈ। ਈਜ਼ੀ डन। वेरी इंपॉर्टेंट रिएक्शन, मतलब वेरी 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 इंपॉर्टेंट, ठीक है। सेकंड प्रेपरेशन नंबर 2, अगेन वेरी 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 इंपॉर्टेंट। लिखो मुझे प्रेपरेशन नंबर 2 फ्रॉम एसिटाइलिन या इथाइन, है ना। इधर देखो, देखो एसिटाइलिन का फॉर्मूला ये ਹੁੰਦਾ CH ट्रिपल बॉन्ड CH। उनको बच्चा ਨੂੰ ਦੱਸ ਸਕੇ ਅਵਨੀਤ ਮੈਨੂੰ ਕਿੰਨੇ ਮੋਲੀਕਿਊਲ ਚਾਹੀਦੇ ਰਜੇ ਐਸਿਟਾइलिन ਦੇ? ठीक है। सो अपन 3 मॉलिक्यूल्स लावांगे, इन्हां दी पॉलीमराइजेशन करांगे। देखो पॉलीमराइजेशन इतना करनी है। सो CH ट्रिपल बॉन्ड CH, CH ट्रिपल बॉन्ड CH एंड डन। सो एक एक बॉन्ड शिफ्ट कर दो, पॉलीमराइजेशन होगी, बेंजीन, डन, क्लियर। सो लिखो वेरी इंपॉर्टेंट रिएक्शन हो जाए। अच्छा हुन देखो रे, जिवें ये रिएक्शन है ये अपन प्लस 2 च नहीं आऊगी क्योंकि रिएक्टेंट भी +1 है ते प्रोडक्ट भी +1 है, ठीक है ना। बट रिएक्शन इंपॉर्टेंट है ते एक काम तुसी एज अ होमवर्क करना है।
ठीक है। रिएक्शन कंडीशंस लिख के लेके आइए, देख देख के भी याद रखनी है, ठीक है। गूगल नहीं करना। हाँ कैटलिस्ट हाँ, जो भी रिएक्शन दी कंडीशंस है, टेम्परेचर, प्रेशर, कैटलिस्ट। सुबह फिर से एक बार चेक कर ले कोई तो टेस्ट चीज हुई रहती है। हाँ हाँ, मैं ही दस दूंगा, कोई गल नहीं, तुसी क्रॉस चेक कर लियो बस। दस कर लो, ठीक है जी, डन। सो ਆਪਾਂ ਇੱਥੇ ਰੁਕਦੇ ਹਾਂ। ਮੇਰੀ ਗੱਲ ਸੁਣੋ, ਕੱਲ ਤੁਹਾਡਾ ਟੈਸਟ ਹੋਊਗਾ, ਜੋ ਕੁਝ ਵੀ ਆਪਾਂ ਨੇ ਕੱਲ ਔਰ ਅੱਜ ਕਵਰ ਕੀਤਾ ਹੈ, ਇਹਦਾ ਉੱਤਰ ਇਹ ਅੱਜ ਕਵਰ ਕੀਤਾ ਹੈ, ਨਹੀਂ ਇਹ ਅੱਜ ਕਵਰ ਕੀਤਾ ਹੈ। ਐਸ ਸਰ Cheers. ਠੀਕ ਹੈ ਨਾ ਜੀ, ਜੋ ਕੁਝ ਵੀ ਆਪਾਂ ਨੇ ਕੱਲ ਤੇ ਅੱਜ ਕਵਰ ਕੀਤਾ ਹੈ, ਉਹ ਸਾਰੇ ਦਾ ਟੈਸਟ ਹੋਊਗਾ ਟੁਮਾਰੋ, ਠੀਕ ਹੈ। ਥੈਂਕ ਯੂ।